एक ओंकार सतनाम करता पुरख निर्भौ निर्वैर अकाल मूरत अजूनी सैभं गुरु प्रसाद। दंडौत बंदन अखबार सर्व कला समरथ डोलण ते राखो प्रभु नानक जे कर हथ। गुर जैसा नाहि को देव जिस मस्तक भाग सुलागा सेव। जिसमें अमृत ज्ञान है माणक भगत वैराग। गुरु ग्रंथ साहिब उदद बंदो अरन राग। गुरु ग्रंथ साहिब बंदो करन राग। वाहिगुरु जी का खालसा वाहिगुरु जी की फतेह। पतित पावन भगत वत्सल कृपा के खजाने ज्ञान के स्वरूप लोक लोक सहायक गुरता गद्दी के विराजमान प्रत्यक्ष सतगुरु साहिब श्री गुरु ग्रंथ साहिब महाराज जी की पावन पवित्र बाहरगाम सुशोभत सत संगी जनों साध संगत जी आप भागे हो धनता योग हो जिन्होंने सामा के रात्रि के दीवाना हाजरियां भर करके श्री रहराज साहब जी के जाप श्रवण किए हैं। उपरंत आरती आरती का कीर्तन गुरु की बाणी का कीर्तन श्रवण करके लाहा प्राप्त किया है। सो सतगुरु सच्चे पातशाह महाराज जी की रहमत सदका जो अज का ये पावन दिहाड़ा है। अज के दिन सतगुरु सच्चे पातशाह बाणी के गोठत शांति के कुंज साहिब श्री गुरु अर्जन देव पातशाह महाराज जी गुरता गद्दी ते विराजमान हुए सन। सतगुरु सच्चे पातशाह महाराज जी का गुरता गद्दी दिवस इस महान पुरख को मुख राख करके कुछ समय वास्ते सतगुरु सच्चे पातशाह महाराज श्री गुरु अर्जन देव महाराज जी की महिमा कथा रूप में आप कुछ समय वास्ते करनी है। सो सतगुरु श्री गुरु अर्जन देव पातशाह महाराज जी प्रथाए जदों आप उन्होंने जीवन पढ़ते हाँ तो भट्ट साहबान गुरु अर्जन देव महाराज जी प्रथाए सोइयां दे वचन करते हैं। धरन गगन नाव खंड में जोत सूप घेरा हो भार धान मथरा किस भेद नहीं गुर अर्जन प्रतख हार। भाव के सतगुरु श्री गुरु अर्जन देव पातशाह महाराज जी अकाल पुरख
ਨਿਰਗੁਣ ਪਰਮੇਸ਼ਰ ਵਾਹਿਗੁਰੂ ਬ੍ਰਹਮ ਜੀ ਦੇ ਸਰਗੁਣ ਸਰੂਪ ਹਨ। ਪ੍ਰਤੱਖ ਦਰਸ਼ਨ ਦੇ ਕਰਕੇ ਸੰਗਤਾਂ ਨੂੰ ਤਾਰ ਰਹੇ ਨੇ, ਨਿਹਾਲਤਾ ਦਿੰਦੇ ਨੇ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਥਾਏ ਪਾਠ ਸਾਹਿਬਾਨ ਬਾਣੀ ਦੇ ਵਿੱਚ ਇਸ ਪ੍ਰਕਾਰ ਵੀ ਕਥਨ ਕਰਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਨੇ ਜਨਮਤ ਗੁਰਮਤਿ ਬ੍ਰਹਮ ਪਛਾਣੇ। ਭਾਵ ਕਿ ਉਹਨਾਂ ਨੂੰ ਗੁਰਮਤਿ ਗਿਆਨ ਗੁਰਮਤਿ ਦੀ ਸੋਝੀ ਜਿਹੜੀ ਸੀ ਉਹ ਜਨਮ ਤੋਂ ਹੀ ਪ੍ਰਾਪਤ ਹੋਈ। ਜਨਮ ਤੋਂ ਕਿਵੇਂ ਪ੍ਰਾਪਤ ਹੋਈ ਜੀ? ਕਿਉਂਕਿ ਜਿਸ ਵੇਲੇ ਆਪਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ ਕਿ ਉਹਨਾਂ ਦੇ ਪ੍ਰਥਾ ਇਤਿਹਾਸ ਵਿੱਚ ਆਉਂਦਾ ਹੈ ਕਿ ਉਹ ਜਵਾਲਾ ਜੀ ਜਾਇਆ ਕਰਦੇ ਸਨ, ਦੇਵੀ ਦੇ ਉਪਾਸਕ ਸਨ। ਇਸੇ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਨ ਉਹ ਵੀ ਆਪਣੇ ਪਹਿਲੇ ਜੀਵਨ ਦੇ ਵਿੱਚ ਹਰਿਦੁਆਰ ਤੀਰਥ ਯਾਤਰਾ ਕਰਨ ਵਾਸਤੇ ਆਉਂਦੇ ਸਨ। ਪਰ ਜਿਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ, ਭਗਤ ਕਬੀਰ ਜੀ ਦੇ ਪਾਵਨ ਵਚਨਾਂ ਅਨੁਸਾਰ ਦੇਖੋ ਭਾਈ ਗਿਆਨ ਕੀ ਆਈ ਕਾਂਦੀ, ਸਭੇ ਉਡਾਨੀ ਭਰਨ ਪਿਟਾਟੀ ਰਹੇ ਨਾ ਮਾਇਆ ਬਾਂਧੀ। ਕਦੋਂ ਜਾ ਕਰਕੇ ਗਿਆਨ ਦੀ ਪ੍ਰਾਪਤੀ ਹੋਈ ਐਸੀ ਘਾਲ ਨਾ ਘਾਲੀ, ਗੁਰਮਤਿ ਗਾਢੀ ਰਾਹ ਤੇ ਰਸਤੇ ਤੇ ਚੱਲੇ, ਗੁਰੂ ਸਰੂਪ ਹੋਏ। ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜੇ ਨੇ ਇਹਨਾਂ ਦਾ ਜਿਹੜਾ ਪ੍ਰਕਾਸ਼ ਉਹ ਹੋਇਆ ਹੈ ਗੁਰੂ ਘਰ ਵਿੱਚ, ਜਿੱਥੇ ਇਹਨਾਂ ਦੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਗੁਰੂ ਸਰੂਪ ਨੇ। ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਨਾ ਜੀ ਤੀਜੇ ਪਾਤਸ਼ਾਹ ਭਲੇ ਪ੍ਰਤੀਕਾ, ਸੋ ਉਹ ਵੀ ਗੁਰੂ ਸਰੂਪ ਨੇ। ਇਸ ਵਾਸਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਬਚਪਨ ਦਾ ਜੀਵਨ ਸੀ ਉਹ ਨਾਨਾ ਗੁਰੂ ਦੀ ਹਜ਼ੂਰੀ ਵਿੱਚ ਉਹਨਾਂ ਕੋਲ ਰਹਿ ਕਰਕੇ ਬਤੀਤ ਹੋਇਆ। ਜਿਸ ਕਰਕੇ ਭਾਈ ਸਾਹਿਬਾਨ ਨੇ ਆਪਣੀ ਬਾਣੀ ਦੇ ਅੰਦਰ ਕਥਨ ਕੀਤਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਨਮ ਤੋਂ ਹੀ ਗੁਰਮਤਿ ਦੀ ਸੋਝੀ ਜਿਹੜੀ ਸੀ ਉਹ ਪ੍ਰਾਪਤ ਹੋਈ। ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਦੇ ਤਿੰਨ ਪ੍ਰਚੰਡ ਨੇ। ਸਭ ਤੋਂ ਵੱਡੇ ਨੇ ਬਾਬਾ ਪ੍ਰਿਥੀ ਚੰਦ ਜੀ, ਵਿਚਕਾਰਲੇ ਨੇ ਮਹਾਦੇਵ ਜੀ ਤੇ ਸਭ ਤੋਂ ਛੋਟੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਸੋ ਸੰਖੇਪ ਵਿੱਚ ਬੇਨਤੀ ਕਰਾਂ, ਬਾਬਾ ਪ੍ਰਿਥੀ ਚੰਦ ਵੱਡਾ ਹੋਣ ਤੇ ਗੁਰੂ ਘਰ ਦੀ ਸੇਵਾ ਨੂੰ ਸੰਭਾਲਦਾ ਤਾਂ ਹੈ, ਪਰ ਅੰਦਰੋਂ ਹਿਰਦੇ ਕਰਕੇ ਕਪਟੀ ਹੈ। ਮਾਇਆ ਦਾ ਪ੍ਰਭਾਵ ਬਹੁਤਾ ਕਬੂਲਿਆ ਹੋਇਆ ਹੈ। ਸੰਗਤਾਂ ਨੂੰ ਅਗਾਹ ਹੋ ਕਰਕੇ ਜਦੋਂ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਬਾਬਾ ਪ੍ਰਿਥੀ ਚੰਦ ਅਗਾਹ ਹੋ ਕਰਕੇ ਵੀ ਉਹਦਾ ਸੇਵਾ ਕਰਦਾ ਹੈ। ਅੰਦਰ ਕੇਵਲ ਇੱਕ ਮਾਇਆ ਦੀ ਭ੍ਰਾਂਤੀ ਲੱਗੀ ਹੋਈ ਹੈ। ਦੂਜੀ ਚਿੱਤ ਦੇ ਵਿੱਚ ਇਹ ਇੱਛਾ ਧਾਰਨ ਕੀਤੀ ਹੋਈ ਹੈ ਕਿ ਇੱਕ ਤਾਂ ਮੈਂ ਵੱਡਾ, ਦੂਸਰਾ ਮੇਰੀ ਸੇਵਾ, ਤੇ ਜਿਹੜਾ ਸਿੰਘਾਸਣ ਹੈ, ਜਿਹੜੀ ਗੁਰਤਾ ਕਰਦੀ ਉਹ ਮੈਨੂੰ ਪ੍ਰਾਪਤ ਹੋਵੇਗੀ, ਮੈਨੂੰ ਮਿਲੇਗੀ। ਪਰ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਜਾਣਦੇ ਨੇ
ਔਰ ਸਮੇਂ ਨੇ ਕਰਮ ਬਦਲੀ। ਬਾਬੇ ਪ੍ਰਿਥੀ ਚੰਦ ਦੇ ਮਨ ਵਿੱਚ ਕੋਈ ਗੱਲ ਰਹਿ ਨਾ ਜਾਵੇ, ਸ਼ੰਕਾ ਰਹਿ ਨਾ ਜਾਵੇ। ਹੁਣ ਸਿੰਘਾਸਣ ਤੇ ਗੁਰਤਾ ਗੱਦੀ ਤੇ ਬਿਠਾਉਣਾ ਹੈ, ਬਿਠਾਇਆ ਕਿਵੇਂ ਜਾਵੇ। ਇਤਿਹਾਸਕ ਜ਼ਿਕਰ ਆਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਥਾਈ ਕਿ ਲਾਹੌਰ ਤੋਂ ਬਾਬਾ ਸਹਾਜਮਲ ਜੀ ਆਏ, ਉਹਨਾਂ ਦੇ ਪੁੱਤਰ ਦਾ ਵਿਆਹ। ਸੋ ਤਾਇਆ ਜੀ ਲੱਗਦੇ ਸਨ। ਇਸ ਵਾਸਤੇ ਆ ਕਰਕੇ ਜਦੋਂ ਮੈਸੇਜ ਲੈ ਕੇ ਆਏ, ਮੰਤਰ ਪੱਤਰ ਲੈ ਕੇ ਆਏ, ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ, ਜੀ ਵਿਆਹ ਦਾ ਕਾਰਜ ਹੈ ਤੇ ਆਪ ਕਿਰਪਾ ਕਰਕੇ ਲਾਹੌਰ ਚਲੋ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਦੇਖੋ ਭਾਈ ਅਸੀਂ ਤਾਂ ਲਾਹੌਰ ਜਾ ਨਹੀਂ ਸਕਦੇ, ਕਿਉਂਕਿ ਇੱਥੇ ਸੰਗਤਾਂ ਦਾ ਆਉਣ ਜਾਣ ਹੈ, ਸੰਗਤਾਂ ਨੇ ਆ ਕੇ ਦਰਸ਼ਨ ਕਰਨੇ, ਮਿਲਣਾ, ਸੰਗਤਾਂ ਨੂੰ ਪੇਸ਼ ਦੇਣਾ। ਇਸ ਵਾਸਤੇ ਸਾਡਾ ਜਾਣਾ ਤਾਂ ਮੁਸ਼ਕਲ ਹੈ। ਉਸ ਨੇ ਬਾਬਾ ਸਹਾਜਮਲ ਜੀ ਨੂੰ ਬੇਨਤੀ ਕੀਤੀ, ਮਹਾਰਾਜ ਫਿਰ ਤੁਸੀਂ ਪਰਿਵਾਰਿਕ ਮੈਂਬਰ ਹੋ, ਸੋ ਕਿਸੇ ਆਪਣੇ ਸਪੁੱਤਰ ਨੂੰ ਭੇਜ ਦਿਓ। तो हजूर पातशाह महाराज जी ने, गुरु रामदास पातशाह जी ने अपने बड़े सपुत्र बाबा प्रिथी चंद को बुलाया, कहते पुत्र सो इस प्रकार ताया जी आए हैं, ਤੁਹਾਡੇ ਭਰਾ ਦਾ ਵਿਆਹ ਹੈ ਤੇ ਤੁਸੀਂ ਇਹਨਾਂ ਦੇ ਨਾਲ ਲਾਹੌਰ ਉੱਥੇ ਜਾਓ ਤੇ ਉਹ ਸ਼ਾਂਤੀ ਵਿੱਚ ਸ਼ਾਮਲ ਹੋ, ਵਿਆਹ ਵਿੱਚ ਸ਼ਾਮਲ ਹੋ। तो कपटी सुभाव होने करके बड़ा भारी शंका पैदा हो गया बाबे प्रिथी चंद के अंदर कि पता नहीं हजूर पातशाह पिता जी मैनू क्यों लाहौर भेजन लगे। ऐसा ना होवे कि मगरों जिहड़ियां संगतां है वो गुरु अर्जन देव पातशाह भाव मेरे छोटे भरा अपने नाल जोड़ लैन, संगतां में गंढ तो पकड़ लैन। ऐसा ना होवे मेरे जान तो बाद पिता जी किते गुरता गद्दी अर्जन देव पातशाह को दे ना दे। इस वास्ते पिता गुरु रामदास महाराज जी ने जवाब दे दिता, हुक्म मन्निया। कहन लगा पिता जी मैनू भेजो जान वास्ते, आप जी को पता सारी गल दा आ किन्ना संगतां दा आउण जाण, फिर किन्नी माया, ओहदा हिसाब किताब रखना, वो सारा मैं ही तो करदा। वो मेरे जान तो पिछों काम किवें चलेगा। इस वास्ते पिता जी मैं नहीं जा सकता, तुसीं होर किसी नूं भेज दिओ। सो महादेव जी सन, वो तो वैसे मुस्तानी सुभाअ दे सन। उन्हां नूं कहा तो कहंदे कौन किसी का भरा है, कौन किसी का ताया है, साडा दुनियादारी नाल कोई संबंध नहीं, असीं नहीं जा सकते, सारे झूठे रिश्ते हुंदे। वो मुस्तानी सुभाअ विच रहिंदे सन, नहीं पिता जी का वचन मन्निया। तो हजूर पातशाह जी गुरु रामदास जी ने जिस वेले अपने छोटे सपुत्र श्री गुरु अर्जन देव पातशाह महाराज जी को हुक्म किया, कहण लगे पुत्र तुसी जाओ लाहौर, उत्थे विआह दा कारज जिहड़ा सारा निभाउणा है ते विआह होण तो बाद तुसां उत्थे धर्मशाला विच रह करके ना सिक्खी का प्रचार करना। जिन्ना चिर बुलाइए ना, हुक्म ना भेजी, उन्ना चिर आउणा नहीं। हजूर ने नाल ये भी हुक्म किया गुरु अर्जन देव पातशाह महाराज जी। तो गुरु अर्जन देव पातशाह महाराज जी के पिता जी प्रथाए बोल सन, पिता जी ये तो विआह का कारज है, ये तो खुशी का मौका है, असीं आप जी की आग्या का पालन करते हैं, जावांगे जदों आप कृपा करके बुलाओगे तदों ही आवांगे, असीं जरूर सिक्खी का रह के उत्थे प्रचार करांगे। पिता जी हो ये तो खुशी का मौका है, किते सिर देण वास्ते भी किते ऐसी जगह पर जाना पवे तो असीं हस के जावांगे, आप जी का हुक्म करना जिहदा सीधा सीधा भाव सी। क्योंकि विद्वानां ने गुरु अर्जन देव पातशाह प्रथाए ऐसे वचन भी लिखे हैं कि असीं लाहौर जाना है, सो उत्थे जरवाणियां ने हुज्जत करनी है ते साडा सिर लेखे लगना, भाव साडी शहीदी भी लाहौर विच ही होनी है।
वास्ते ये बचन भविख जान करके पिता जी ये बचन गुरु अर्जन देव पातशाह ने कहना कीते। आग्या पा के लाहौर चले गए, सारा विआह का कारज निभाया। पिता गुरु रामदास पातशाह ने बुलाया नहीं। बहुत समा बतीत होया। इधर कपटी सुभाव वाला बाबा प्रीति चंद जिस प्रकार सेवा निभाई जाता है, संगतां नूं प्रेर के अपने वाल खिंचदा है कि तख्त मैं प्राप्त करना, गुरता गद्दी नूं प्राप्त होवेगी। तो पिता जी ने अर्जन देव नूं तां लाहौर भेज दिता है, बुलाया कोई है नहीं। जदों बहुत समा बतीत हो गया ते संप्रदाय महापुरुषों ने इस प्रथारका लिखी हुई है कि बहुता समा बतीत हो तो जो बहुती देवता होगी कि जिथे गुरु रामदास पातशाह के हजूर रहना, रोज पिता गुरु रामदास पातशाह के दर्शन करने, उन्होंने के प्यार को मानना। अज समा बहुता बतीत हो गया, विछोड़ा झलिया ना जाया तो पिता ने बुलाया ना। बेबलता विच आके कहते 4 पत्रका लिख दी है, 4 पत्रका, 4 चिट्ठियां लिखिया। विद्वाना ने इस प्रकार, प्रिंसिपल सुखबीर सिंह ने इस प्रकार भी लिखा है कि गुरु अर्जन देव महाराज जी ने चातक की एक तस्वीर बना करके और गुरु रामदास पातशाह वाले भेजना की कि देखो मेरी हालत चातक की नहीं आई है, आप ये दर्शना की प्यास लगी है, कृपा करो पिता जी, कृपा करके मैं अपने कोल बुला लो, मैं आपके दर्शन करा। तो संप्रदाय महापुरुषों के अनुसार जो थान का है कि चिट्ठी लिखी पहली पहुंचे जो उतों सिख श्रद्धालु लैके पत्रकार चिट्ठी के अग्यों बाबा प्रीति चंद मिल गया। सिख को मिलिया कि दसिया जी लाहौर तो आया तुहाडे छोटे भराता ने पत्रका भेजी है। सो बाबा पीछे कपटी सी, कह लगा मैं वड्डा भरा ही हाँ, सो तुसीं इदां कर चिट्ठी मैनूं दे दिओ। चिट्ठी लैके सिख दे कोलों बाबा प्रीति चंद ने आप रख ली। पिता गुरु रामदास तक चिट्ठी ना पहुंचाई। सभा बीतिया, नहीं बुलाया गुरु अर्जन देव पातशाह को, फिर पत्रकार लिखी। वो भी बाबे प्रीति चंद के हाथ आके संदेह विच बेनती करा। इस तरह चौथी पत्रकार लिखी। जो कोई जवाब ना किधरों आया तो चौथी पत्रकार लिखना की सिख नूं नाल सुचेत किया, समझाउणा किया, सिखा ये जी पत्रिका है ना, ये केवल ते केवल जिस प्रकार हो भावें 2-4 दिन तेन उत्थे अमृतसर साहिब रुकना पवे, ये पत्रिका केवल साडे पिता जी नूं ही देनी है, उन्हां दे हत्थ विच फड़ाउणी है। इस प्रकार जदों जिस बाणी नूं आपां शब्द हजारे कहते हैं, जिहदी रवता होंदी है, मेरा मन लोचे गुरदर्शन ताए बिल करे चाकती न्याई, लिखना उतरे शाप ना आवे, बिल देखे गुर दरबारे जियो। इस प्रकार ये पत्रका लिख के एक अंग पाया, दूजी चिट्ठी ते दूजी चिट्ठी ते जुड़ तो दूजा अंग पाया। सो बेबलता बहुत ही वधी। सो इस प्रकार भी बेनती की कि गुरु रामदास सच्चे पातशाह एक घड़ी ना मिलते तक काल होता हुण कल मिली है फिर कोई भगवंता। महाराज इन्ना समा बतीत हो गया, एक घड़ी करके आप जी दर्शन नहीं सी हुंदे, थोड़े जे आप ओले हो जाते सी, पातशाह कल मुक जाता सी। हुण इन्ना समय तो मैं लाहौर बैठा है, कृपा करके मैनूं बुलाओ। चौथी पत्रका जो सिख ने गुरु रामदास पातशाह नूं देड़ा कीती, अंग लिखिया हुआ सी 4, जिहदा सीधा भाव सी कि 3 चिट्ठियां पहला गुरु अर्जन देव पातशाह ने भेजियां ने। यह संप्रदाय महापुरुषों की विचार है। सच्चे पातशाह महाराज जी ने उस वेले घोख की, बाबे प्रीति चंद ने पूछा
ਅਰਜਨ ਦੇਵ ਦੀਆਂ ਚਿੱਠੀਆਂ ਆਈਆਂ ਨੇ 3 ਪਹਿਲਾਂ। ਸੰਗਤਾਂ ਨੂੰ ਪਹਿਲਾ ਤੂੰ ਮਿਲਦਾ ਹੈ, ਪੁੱਤਰ ਦੱਸ ਉਹ ਚਿੱਠੀਆਂ ਕਿੱਥੇ ਨੇ। ਸਾਥ ਹੀ ਮੁੱਕਰ ਗਿਆ, ਪਿਤਾ ਜੀ ਮੈਨੂੰ ਕੀ ਪਤਾ, ਇੰਨੀਆਂ ਸੰਗਤਾਂ ਹੋ ਗਈਆਂ, ਮੈਂ ਤੇ ਸੰਗਤਾਂ ਨੂੰ ਸੰਭਾਲਣ ਵਿੱਚ ਲੱਗਾ ਰਹਿੰਦਾ, ਆ ਸਾਰਾ ਬਾਕੀ ਪ੍ਰਬੰਧ ਸੰਭਾਲਦਾ, ਮੈਨੂੰ ਤਾਂ ਚਿੱਠੀ ਕੋਈ ਮਿਲੀ ਨਹੀਂ। ਉਸ ਵੇਲੇ ਦੇ ਕਪਟੀ ਸੁਭਾਅ ਨੂੰ ਜਾਣ ਕਰਕੇ ਸਿੱਖ ਨੂੰ ਭੇਜ ਕਰਕੇ ਇਹਦੇ ਘਰੋਂ ਉਹ 3 ਚਿੱਠੀਆਂ ਜਿਹੜੀਆਂ ਸੀ ਪ੍ਰਾਪਤ ਕਰ ਲਈਆਂ ਸੀ। ਸਾਰੇ ਕਪਟ ਦਾ ਪਤਾ ਲੱਗ ਗਿਆ। ਉਸ ਵੇਲੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਬਹੁਤ ਸਮੇਂ ਦੇ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਤੋਂ ਬੁਲਾਉਣਾ ਕੀਤਾ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਕਪਟੀ ਬੰਦਾ ਤਖਤ ਤੇ ਕਿਵੇਂ ਸਿੰਘਾਸਨ ਤੇ ਬੈਠ ਸਕਦਾ ਹੈ। ਜਿਹੜਾ ਬਾਬਾ ਮਹਾਦੇਵ ਹੈ ਉਹ ਤਾਂ ਵੈਸੇ ਗੁਸਤਾਨੀ ਸੁਭਾਅ ਦਾ, ਕਿਉਂਕਿ ਇੱਥੇ ਗ੍ਰਸਤੀ ਜੀਵਨ ਤੇ ਨਾਲ ਧਰਮ ਤੇ ਨਾਲ ਧਰਮ ਦੀ ਕਿਰਤ ਨਾਲ ਗੁਰੂ ਕੇ ਬਾਣੀ ਅਨੁਸਾਰ ਘਾਲ ਕਾ ਇੱਕ ਸੱਥੋਂ ਦੇ ਨਾਲ ਕਰਾ ਪਛਾਣੀ ਸੇ ਆਪਣਾ ਕਾਰੋਬਾਰ ਵੀ ਸੰਭਾਲਣਾ, ਧਰਮ ਨੂੰ ਤਲਾਜਲੀ ਨਾ ਦੇਣੀ, ਅਖਲਾਕੀ ਜੀਵਨ ਵਿੱਚ ਉੱਚਾ ਰੱਖਣਾ। ਇਸ ਵਾਸਤੇ ਇਹ ਜਿਹੜੇ ਸਾਰੇ ਮਹਾਨ ਗੁਣ ਇੱਕ ਗੁਰੂ ਸਰੂਪ ਵਿੱਚ ਹੋਣੇ ਚਾਹੀਦੇ ਨੇ, ਉਹ ਬਾਬੇ ਕੁਚੀ ਵਿੱਚ ਨਹੀਂ ਸਨ। ਇਸ ਵਾਸਤੇ ਸਿੰਘਾਸਨ ਕਿਵੇਂ ਪ੍ਰਾਪਤ ਹੋ ਸਕਦਾ ਸੀ। ਸੋ ਇਸ ਤਰ੍ਹਾਂ ਪੜਚੋਲ ਕੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੇ ਸਤੰਬਰ 1 ਨੂੰ 1583 ਨੂੰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਮੁਬਾਰਕ ਸਿੰਘਾਸਨ ਭਾਵ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗਮਨੀ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਟਿਕਾਉਣਾ ਕੀਤੀ, ਭਾਵ ਉਹਨਾਂ ਨੂੰ ਸਿੰਘਾਸਨ ਤੇ ਬਿਠਾਉਣਾ ਕੀਤਾ ਔਰ ਸੰਗਤਾਂ ਨੂੰ ਦੱਸਣਾ ਕੀਤਾ ਕਿ ਅੱਜ ਤੋਂ ਗੁਰੂ ਨਾਨਕ ਸਾਹਿਬ ਦੇ 5ਵੇਂ ਸਰੂਪ ਨੇ ਗੁਰੂ ਅਰਜਨ ਦੇਵ ਪਾਤਸ਼ਾਹ। ਸੰਗਤਾਂ ਨੇ ਅੱਜ ਤੋਂ ਇਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ। ਬਾਬਾ ਪੁੱਛਿਆ ਬੜਾ ਤਰਲੋ ਮਸ਼ਹੂਰ ਹੋਇਆ, ਬੜੇ ਉਹਨੇ ਯਤਨ ਕੀਤੇ, ਇੱਥੋਂ ਤੱਕ ਕਿ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਭਾਰੀ ਝਗੜਾ ਵੀ ਕੀਤਾ। ਇਸ ਪ੍ਰਥਾਏ ਬਾਣੀ ਵਿੱਚ ਬਚਨ ਵੀ ਆਏ ਹੈ, ਪ੍ਰਿਥੀ ਚੰਦ ਦੀ ਪ੍ਰਥਾਏ ਕਿ ਪੁੱਤਰ ਜਿਨਕੇ ਜਣੇ ਮੰਡੀਰੇ ਤੁਮ ਹੋ, ਤੁਮ ਸੋ ਝਗੜਤ ਪਾਪ। ਜਿਸ ਮਾਂ ਬਾਪ ਨੇ ਤੈਨੂੰ ਪੈਦਾ ਕੀਤਾ, ਤੈਨੂੰ ਪਾਲਿਆ ਪੋਸਿਆ, ਤੈਨੂੰ ਵੱਡਾ ਕੀਤਾ, ਤੈਨੂੰ ਪੜ੍ਹਾਇਆ ਲਿਖਾਇਆ, ਉਹਨਾਂ ਦਾ ਝਗੜਾ ਕਰਦਾ ਪਿਆ। ਪਰ ਬਾਬਾ ਪੁੱਛਿਆ ਕਿੱਥੋਂ ਸਮਝਦਾ ਸੀ। ਸਿੰਘਾਸਨ ਪ੍ਰਾਪਤ ਹੋ ਗਿਆ, ਸਮਾਂ ਪਾ ਕੇ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਪ੍ਰਾਨਾ ਕਰ ਗਏ। ਬਾਬਾ ਪੁੱਛੀ ਚੰਦ ਉਹ ਤੋਂ ਬਾਅਦ ਵੀ ਨਹੀਂ ਹਟਿਆ। ਸੋ ਇਹ ਜਿਹੜੀ ਅਗਲੀ ਵਿਚਾਰ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ, ਕੱਲ੍ਹ ਨੂੰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦਾ ਜੋਤੀ ਜੋਤ ਕਰਦਾ ਹੈ। ਇਸ ਵਾਸਤੇ ਕੱਲ੍ਹ ਨੂੰ ਬਾਕੀ ਵਿਚਾਰ ਆਪਾਂ ਕਰਾਂਗੇ। ਸੋ ਅੱਜ ਸੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਬੋਲੇ ਸੋ ਨਿਹਾਲ। ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।